ਹੈਲੋ ਐਵਰੀਵਨ, ਵੈਲਕਮ ਟੂ ਸਿਟੀ ਸ਼ਾਈਨ ਕਲਾਸਿਸ। ਸਿਟੀ ਸ਼ਾਈਨ ਕਲਾਸਿਸ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਜੋ ਆਪਣਾ ਅੱਜ ਦਾ ਸਬਜੈਕਟ ਹੈ ਉਹ ਹੈ ਸੋਸ਼ਲ ਸਾਇੰਸ। ਅਤੇ ਜੋ ਸੋਸ਼ਲ ਸਾਇੰਸ ਦੇ ਪਿਛਲੇ 3 ਈਅਰਸ ਦੇ ਜੋ ਵੀ ਕੁਐਸਚਨਸ ਐਗਜ਼ਾਮ ਦੇ ਵਿੱਚ ਦੇਖਣ ਨੂੰ ਮਿਲੇ ਨੇ, ਸਿਰਫ ਅੱਜ ਆਪਾਂ ਉਹੀ ਡਿਸਕਸ ਕਰਾਂਗੇ। ਅਤੇ ਉਹ ਮੋਸਟ ਇੰਪੋਰਟੈਂਟ ਕੁਐਸਚਨਸ ਨੇ ਜੀ। ਤਾਂ ਉਹਨਾਂ ਵਿੱਚੋਂ ਤੁਹਾਨੂੰ ਇਸ ਵਾਰ ਵੀ ਬਹੁਤ ਸਾਰੇ ਕੁਐਸਚਨ ਦੇਖਣ ਨੂੰ ਮਿਲਣਗੇ, ਕਿਉਂਕਿ ਰਿਪੀਟ ਹੋ ਕੇ ਉਹੀ ਕੁਐਸਚਨਸ ਬਣਦੇ ਹੁੰਦੇ ਨੇ। ਸਾਰੇ ਜੋ ਕੁਐਸਚਨਸ ਨੇ ਉਹ ਸੋਲਵ ਕੀਤੇ ਹੋਏ ਨੇ। ਇਹਨਾਂ ਕੁਐਸਚਨਸ ਦੀ PDF ਜੋ ਹੈ ਤੁਹਾਨੂੰ WhatsApp ਐਂਡ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗੀ। ਤਾਂ ਉਹਨਾਂ ਦਾ ਲਿੰਕ ਜੋ ਹੈ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਹੈ। ਤਾਂ ਤੁਸੀਂ WhatsApp ਐਂਡ ਟੈਲੀਗ੍ਰਾਮ ਗਰੁੱਪ ਨੂੰ ਜ਼ਰੂਰ ਜੁਆਇਨ ਕਰੋ ਜੀ। ਤਾਂ ਸਟਾਰਟ ਕਰਦੇ ਹਾਂ ਜੀ। ਫਸਟ ਕੁਐਸਚਨ ਹੈ ਕਿ ਭੂਗੋਲ ਵਿਸ਼ੇ ਦਾ ਅਰਥ ਸਪਸ਼ਟ ਕਰਦੇ ਹੋਏ ਇਸ ਦੀ ਲੋੜ ਅਤੇ ਮਹੱਤਤਾ ਲਿਖੋ। ਪਹਿਲਾਂ ਤਾਂ ਜੀ ਭੂਗੋਲ ਦਾ ਅਰਥ ਦੇਣਾ ਹੈ ਕਿ ਭੂਗੋਲ ਦਾ ਅਰਥ ਧਰਤੀ ਦੇ ਅਧਿਐਨ ਤੋਂ ਹੈ, ਜਿਸ ਵਿੱਚ ਧਰਤੀ ਦੇ ਸਾਰੇ ਤੱਤਾਂ ਦਾ ਅਧਿਐਨ ਕੀਤਾ ਜਾਂਦਾ ਹੈ ਜੋ ਧਰਤੀ ਨੂੰ ਪ੍ਰਭਾਵਿਤ ਕਰਦੇ ਹਨ। ਠੀਕ ਹੈ ਜੀ। ਜੀਓਗ੍ਰਾਫੀ ਮਤਲਬ ਭੂਗੋਲ, ਜੀਓ ਮਤਲਬ ਅਰਥ ਐਂਡ ਗ੍ਰਾਫੀ ਮਤਲਬ ਸਟੱਡੀ, ਭਾਵ ਧਰਤੀ ਦਾ ਅਧਿਐਨ। ਇਸ ਵਿੱਚ ਮਨੁੱਖ, ਪੌਦੇ, ਜਾਨਵਰ, ਪਸ਼ੂ, ਪੰਛੀ, ਮਿੱਟੀ, ਪਾਣੀ, ਵਾਯੂਮੰਡਲ ਆਦਿ ਸ਼ਾਮਿਲ ਹੁੰਦੇ ਹਨ। ਭੂਗੋਲ ਦੀਆਂ ਸ਼ਾਖਾਵਾਂ ਕਿਹੜੀਆਂ-ਕਿਹੜੀਆਂ ਨੇ? ਭੌਤਿਕ ਭੂਗੋਲ ਹੈ ਅਤੇ ਮਾਨਵੀ ਭੂਗੋਲ। ਭੌਤਿਕ ਭੂਗੋਲ ਵਿੱਚ ਵਾਯੂਮੰਡਲ, ਮਿੱਟੀ, ਹਵਾ, ਪਾਣੀ, ਗੈਸਾਂ, ਧਰਤੀ ਦੀ ਸੰਰਚਨਾ, ਨਦੀਆਂ, ਨਹਿਰਾਂ ਸਭ ਕੁਝ ਆ ਜਾਂਦਾ ਹੈ। ਅਤੇ ਜੋ ਮਾਨਵੀ ਭੂਗੋਲ ਹੈ, ਇਸ ਵਿੱਚ ਮਨੁੱਖਾਂ ਦੀ ਭਾਸ਼ਾ, ਸਮਾਜ, ਸਮੁਦਾਇ, ਮਨੁੱਖ ਦੁਆਰਾ ਬਣਾਈਆਂ ਵਸਤੂਆਂ ਦਾ ਅਧਿਐਨ ਕੀਤਾ ਜਾਂਦਾ ਹੈ। ਠੀਕ ਹੈ ਜੀ। ਤਾਂ ਅੱਗੇ ਹੈ ਭੂਗੋਲ ਦੀ ਲੋੜ ਕਿਉਂ ਪਈ ਹੈ। ਭੂਗੋਲ ਦੀ ਕਿਉਂ ਜ਼ਰੂਰਤ ਹੈ? ਯੋਜਨਾਬੰਦੀ ਵਿੱਚ ਵੀ ਭੂਗੋਲ ਸਹਾਇਕ ਹੈ। ਕੁਦਰਤੀ ਆਫਤਾਂ ਨੂੰ ਸਮਝਣ ਵਿੱਚ ਵੀ। ਰਾਸ਼ਟਰੀ ਅਤੇ ਅੰਤਰਰਾਸ਼ਟਰੀ ਏਕਤਾ ਦੀ ਭਾਵਨਾ ਦਾ ਵਿਕਾਸ ਕਰਦਾ ਹੈ। ਕੁਦਰਤ ਦੇ ਸੁਹੱਪਣ ਨੂੰ ਮਾਣਨ ਅਤੇ ਬਿਆਨ ਕਰਨ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਇਹ ਸ਼ਾਰਟ ਪੁਆਇੰਟਸ ਕੀਤੇ ਹੋਏ ਨੇ, ਤਾਂ ਇਹਨਾਂ ਨੂੰ ਤੁਸੀਂ ਮਤਲਬ ਬਿਲੋਂਗ ਕਰਕੇ ਲਿਖਣਾ ਹੋਏਗਾ ਐਗਜ਼ਾਮ ਦੇ ਵਿੱਚ। ਪਹਿਲਾਂ ਇਸ ਤਰ੍ਹਾਂ ਹੀ ਸ਼ਾਰਟ ਲਿਖ ਲਿਓ ਐਂਡ ਦੈਨ ਉਸ ਤੋਂ ਬਾਅਦ ਇਹਦੀ ਐਕਸਪਲੇਨੇਸ਼ਨ ਜ਼ਰੂਰ ਕਰਨੀ ਹੈ। ਨੈਕਸਟ ਹੈ ਕਿ ਭੂਗੋਲ ਦੀ ਕੀ ਮਹੱਤਤਾ ਹੈ। ਧਰਤੀ ਦਾ ਅਧਿਐਨ ਕਰਨ ਵਿੱਚ ਭੂਗੋਲ ਦੀ ਮਹੱਤਤਾ ਹੈ ਕਿ ਆਪਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕਿੱਥੇ ਮਿੱਟੀ ਹੈ, ਕਿੱਥੇ ਜੰਗਲ ਹੈ, ਕਿੱਥੇ ਜ਼ਿਆਦਾ ਜੰਗਲ ਹੈ, ਕਿੱਥੇ ਰੇਤਲੀ ਮਿੱਟੀ ਹੈ। ਸਭ ਕੁਝ ਭੂਗੋਲ ਦੱਸਦਾ ਹੈ। ਭੌਤਿਕ ਸਿਸਟਮ ਨੂੰ ਸਮਝਣ ਵਿੱਚ ਭੂਗੋਲ ਸਹਾਇਕ ਹੈ। ਸਥਾਨ ਦੀ ਸਥਿਤੀ ਦਾ ਪਤਾ ਕਰਨ ਲਈ, ਸੱਭਿਆਚਾਰ ਨੂੰ ਸਮਝਣ ਲਈ, ਨਕਸ਼ਾ ਬਣਾਉਣ ਲਈ, ਧਰਤੀ ਦੀਆਂ ਪਰਤਾਂ ਦਾ ਅਧਿਐਨ ਕਰਨ ਲਈ, ਜਲਵਾਯੂ ਬਦਲਾਅ ਬਾਰੇ ਜਾਣਕਾਰੀ, ਪਹਾੜਾਂ ਦਾ ਅਧਿਐਨ, ਸ਼ਹਿਰ ਬਣਾਉਣ ਵਿੱਚ ਮਦਦਗਾਰ, ਨਦੀਆਂ ਬਾਰੇ ਜਾਣਕਾਰੀ। ਐਂਡ ਦੈਨ ਉਸ ਤੋਂ ਬਾਅਦ ਸਿੱਟਾ ਜ਼ਰੂਰ ਲਿਖਣਾ ਹੈ। ਫਸਟ ਕੁਐਸਚਨ ਦਾ ਜਾਂ ਵਾਲਾ ਕੁਐਸਚਨ ਹੈ ਕਿ ਸਮਾਜਿਕ ਵਿਗਿਆਨ ਦਾ ਪਾਠਕ੍ਰਮ ਤਿਆਰ ਕਰਦੇ ਸਮੇਂ ਕਿਹੜੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਸਮਾਜਿਕ ਵਿਗਿਆਨ ਯਾਨੀ ਸੋਸ਼ਲ ਸਾਇੰਸ ਦਾ ਜੋ ਆਪਾਂ ਜਦੋਂ ਪਾਠਕ੍ਰਮ ਤਿਆਰ ਕਰਨਾ ਹੈ ਤਾਂ ਆਪਾਂ ਕੀ ਧਿਆਨ ਵਿੱਚ ਰੱਖਣਾ ਹੈ ਕਿ ਕੀ ਹੋਣਾ ਚਾਹੀਦਾ ਉਸ ਪਾਠਕ੍ਰਮ ਦੇ ਵਿੱਚ। ਵਿਦਿਆਰਥੀ ਕੇਂਦਰਤਾ ਦਾ ਸਿਧਾਂਤ ਹੋਣਾ ਚਾਹੀਦਾ ਕਿ ਵਿਦਿਆਰਥੀ ਨੂੰ ਕੇਂਦਰਿਤ ਕਰਕੇ, ਕਿ ਮੇਨ ਪੁਆਇੰਟ ਵਿਦਿਆਰਥੀ ਹੀ ਹੋਣਾ ਚਾਹੀਦਾ ਕਿ ਵਿਦਿਆਰਥੀ ਦੇ ਅਕੋਰਡਿੰਗ ਇਹ ਚੀਜ਼ ਕਿਵੇਂ ਹੋਣੀ ਚਾਹੀਦੀ ਹੈ। ਸਮੁਦਾਇਕ ਕੇਂਦਰਤਾ ਦਾ ਵੀ ਸਿਧਾਂਤ ਹੋਣਾ ਚਾਹੀਦਾ ਹੈ। ਸਮਾਜਿਕ ਅਧਿਐਨ ਕਿਰਿਆ, ਭਿੰਨਤਾ ਦਾ ਸਿਧਾਂਤ, ਲਚਕੀਲਾਪਣ ਹੋਣਾ ਚਾਹੀਦਾ ਹੈ, ਏਕਤਾ ਹੋਣੀ ਚਾਹੀਦੀ ਹੈ, ਅਨੁਭਵ ਦੀ ਸੰਪੂਰਨਤਾ, ਉਪਯੋਗਤਾ ਸਿਧਾਂਤ, ਇਹ ਸਾਰੇ ਸਿਧਾਂਤ ਹੋਣੇ ਚਾਹੀਦੇ ਨੇ। 20 ਪੁਆਇੰਟਸ ਨੇ ਇਹਦੇ। ਅਤੇ ਦੈਨ ਉਸ ਤੋਂ ਬਾਅਦ ਸਿੱਟਾ ਲਿਖਣਾ ਹੈ। ਨੈਕਸਟ ਹੈ ਕਿ ਸਮਾਜ ਤੋਂ ਕੀ ਭਾਵ ਹੈ, ਇਸ ਦੀਆਂ ਵਿਸ਼ੇਸ਼ਤਾਵਾਂ ਲਿਖੋ। ਬੋਲਚਾਲ ਦੀ ਭਾਸ਼ਾ ਵਿੱਚ ਜਾਂ ਸਧਾਰਨ ਸ਼ਬਦਾਂ ਵਿੱਚ ਸਮਾਜ ਸ਼ਬਦ ਦੀ ਵਰਤੋਂ ਵਿਅਕਤੀਆਂ ਦੇ ਸਮੂਹ ਲਈ ਕੀਤੀ ਜਾਂਦੀ ਹੈ। ਕਿਸੇ ਵੀ ਸੰਗਠਿਤ ਜਾਂ ਅਸੰਗਠਿਤ ਸਮੂਹ ਨੂੰ ਸਮਾਜ ਕਿਹਾ ਜਾਂਦਾ ਹੈ, ਜਿਵੇਂ ਆਰੀਆ, ਹਿੰਦੂ, ਜੈਨ, ਸਿੱਖ ਸਮਾਜ ਆਦਿ। ਠੀਕ ਹੈ ਜੀ। ਇਹ ਸਮਾਜ ਦਾ ਸਧਾਰਨ ਅਰਥ ਹੈ, ਜਦੋਂ ਕਿ ਅਰਥ ਸ਼ਾਸਤਰੀ ਆਰਥਿਕ ਕਿਰਿਆਵਾਂ ਨੂੰ ਪੂਰਨ ਕਰਨ ਵਾਲੇ ਵਿਅਕਤੀਆਂ ਦੇ ਸਮੂਹ ਨੂੰ ਹੀ ਸਮਾਜ ਕਹਿੰਦੇ ਹਨ। ਠੀਕ ਹੈ ਜੀ। ਇਹਦੀ ਪਰਿਭਾਸ਼ਾ ਮੈਕਾਈਵਰ ਅਤੇ ਪੇਜ ਨੇ ਦਿੱਤੀ ਹੈ ਕਿ ਸਮਾਜ ਜੋ ਹੈ ਰੀਤੀ ਅਤੇ ਕਾਰਜ ਪ੍ਰਣਾਲੀਆਂ ਦੀ ਅਧਿਕਾਰ ਅਤੇ ਆਪਸੀ ਸਹਿਜਤਾ ਦੀ ਅਨੇਕਤਾ, ਸਮੂਹਾਂ ਅਤੇ ਵਿਭਾਗਾਂ ਦੀ ਮਨੁੱਖੀ ਵਿਹਾਰ ਦੇ ਨਿਯੰਤਰਣਾਂ ਅਤੇ ਸੁਤੰਤਰਤਾਵਾਂ ਦੀ ਇੱਕ ਵਿਵਸਥਾ ਹੈ। ਇਸ ਲਈ ਸਦਾ ਪਰਿਵਰਤਨਸ਼ੀਲ ਜਟਿਲ ਵਿਵਸਥਾ ਨੂੰ ਅਸੀਂ ਸਮਾਜ ਕਹਿੰਦੇ ਹਾਂ। ਉਸ ਤੋਂ ਬਾਅਦ 3 ਪਰਿਭਾਸ਼ਾ ਹੋਰ ਨੇ ਜੀ। ਐਂਡ ਦੈਨ ਉਸ ਤੋਂ ਬਾਅਦ ਇਹ ਹੈ ਕਿ ਵਿਸ਼ੇਸ਼ਤਾਵਾਂ ਕੀ ਨੇ ਇਹਦੀਆਂ। ਆਪਸੀ ਜਾਗਰੂਕਤਾ ਹੁੰਦੀ ਹੈ ਸਮਾਜ ਦੇ ਨਾਲ। ਸਮਾਜ ਅਮੂਰਤ ਹੈ। ਸਮਾਜ ਵਿੱਚ ਸਮਾਨਤਾ ਅਤੇ ਅਸਮਾਨਤਾ ਦੋਵੇਂ ਨੇ। ਸਮਾਜ ਅੰਤਰ ਨਿਰਭਰਤਾ ਨੂੰ ਆਧਾਰਿਤ ਹੈ। ਸਮਾਜ ਹਮੇਸ਼ਾ ਪਰਿਵਰਤਨਸ਼ੀਲ ਹੈ। ਸਮਾਜ ਮਨੁੱਖਾਂ ਤੱਕ ਹੀ ਸੀਮਿਤ ਨਹੀਂ ਹੈ। ਸਮਾਜ ਦਾ ਰੂਪ ਕਿੱਦਾਂ ਦਾ ਹੈ? ਸਮਾਜਿਕ ਢਾਂਚਾ, ਪਰਿਵਾਰ, ਧਰਮ, ਸੰਸਥਾ, ਸਭਾ ਆਦਿ। ਸਮਾਜਿਕ ਸਤਰੀਕਰਨ ਕਿਵੇਂ ਹੁੰਦਾ ਹੈ ਕਿ ਸਮਾਜ ਦੇ ਵੱਖਰੇ ਵੱਖਰੇ ਸਤਰ ਬਣਾ ਦਿੱਤੇ ਜਾਂਦੇ ਹਨ, ਜਿਵੇਂ ਕਿ ਰਾਜਨੀਤਿਕ ਸਤਰ ਵੱਖਰਾ ਹੈ, ਸਮਾਜਿਕ ਸਤਰ ਵੱਖਰਾ ਹੈ, ਧਾਰਮਿਕ ਸਤਰ ਵੱਖਰਾ ਹੈ
ਆਰਥਿਕ ਆਧਾਰ 'ਤੇ ਵੰਡਿਆ ਜਾਂਦਾ ਹੈ। ਠੀਕ ਹੈ ਜੀ, ਇਹ ਸਮਾਜ ਹੈ ਨਾ ਜੋ ਵੱਖ-ਵੱਖ ਆਧਾਰਾਂ 'ਤੇ ਇਸ ਤਰ੍ਹਾਂ 'ਤੇ ਵੰਡਿਆ ਜਾਂਦਾ ਹੈ। ਸਤਰ ਮਤਲਬ ਆਧਾਰ, ਕਿ ਆਹ ਸਤਰ 'ਤੇ ਆਹ ਵਾਲਾ ਗਰੁੱਪ ਰਹੇਗਾ। ਸਮੁਦਾਇ ਅਤੇ ਗਰੁੱਪ, ਜੈਨ, ਹਿੰਦੂ, ਬ੍ਰਾਹਮਣ, ਈਸਾਈ ਜਿਹੜੇ ਨੇ ਇਹ ਸਾਰੀਆਂ ਸਮੁਦਾਇਆਂ ਨੇ। ਸਮੂਹ ਤੋਂ ਸਾਡਾ ਭਾਵ ਕੀ ਹੈ ਕਿ ਅਜਿਹੇ ਵਿਅਕਤੀਆਂ ਦਾ ਗਰੁੱਪ ਜਾਂ ਸਮੂਹ ਜਿਹੜੇ ਇੱਕ ਦੂਜੇ ਨਾਲ ਸਮਾਜਿਕ ਸੰਬੰਧਾਂ ਵਿੱਚ ਬੰਨੇ ਹੋਏ ਹੋਣ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਿ ਸੂਰਜੀ ਪਰਿਵਾਰ ਤੋਂ ਕੀ ਭਾਵ ਹੈ। ਕੁਐਸਚਨ ਹੈ ਇਸ ਦੇ ਗ੍ਰਹਿਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ। ਜੋ ਸੋਲਰ ਸਿਸਟਮ ਜਾਂ ਸੂਰਜੀ ਪਰਿਵਾਰ ਆ ਜਾਏਗਾ ਨਾ ਤਾਂ ਉੱਥੇ ਇਹੀ ਕੁਐਸਚਨਸ ਬਣੇਗਾ। ਇਹ ਲਾਸਟ ਈਅਰ ਦਾ ਕੁਐਸਚਨ ਹੈ। ਸੂਰਜ ਸੋਲਰ ਸਿਸਟਮ ਦਾ ਪ੍ਰਧਾਨ ਹੁੰਦਾ ਹੈ ਅਤੇ ਸੂਰਜ ਦੇ ਵੱਲ ਚੱਕਰ ਲਗਾਉਣ ਵਾਲੇ ਵਿਭਿੰਨ ਗ੍ਰਹਿਆਂ, ਧੂਮਕੇਤੂ, ਤਾਰੇ, ਉਲਕਾ ਅਤੇ ਵਿਭਿੰਨ ਆਕਾਸ਼ੀ ਪਿੰਡ ਦੇ ਸਮੂਹ ਨੂੰ ਸੋਲਰ ਸਿਸਟਮ ਆਖਦੇ ਹਨ। ਸੂਰਜ ਕੀ ਹੈ? ਸੂਰਜ ਇੱਕ ਤਾਰਾ ਹੈ। ਉਸ ਤੋਂ ਬਾਅਦ ਗ੍ਰਹਿਆਂ ਸਾਰਿਆਂ ਦੀ ਜਾਣਕਾਰੀ ਦਿੱਤੀ ਹੋਈ ਹੈ ਜੀ ਨੀਚੇ। ਚੰਦਰਮਾ ਕੀ ਹੈ? ਮਾਰਸ, ਬ੍ਰਹਿਸਪਤੀ, ਜੁਪੀਟਰ, ਸ਼ਨੀ। ਠੀਕ ਹੈ ਜੀ। ਅਰੁਣ, ਵਰੁਣ, ਪਲੂਟੋ, ਫਿਰ ਦੈਨ ਸਿੱਟਾ ਲਿਖਿਆ ਹੋਇਆ ਹੈ। ਉਸ ਤੋਂ ਬਾਅਦ ਹੈ ਕਿ ਪਿਆਜੇ ਦੇ ਬੌਧਿਕ ਵਿਕਾਸ ਸੰਕਲਪ ਨੂੰ ਵਿਸਥਾਰਪੂਰਵਕ ਲਿਖਣਾ ਹੈ। ਗਿਆਨਾਤਮਕ ਵਿਕਾਸ ਹੈ ਉਹ ਪਿਆਜੇ ਨੇ ਸਿਧਾਂਤ ਦਿੱਤਾ ਹੈ। ਠੀਕ ਹੈ ਜੀ। ਬੱਚਿਆਂ ਵਿੱਚ ਸੰਕਲਪ ਦੀ ਤਿਆਰੀ ਕਿਵੇਂ ਹੋ ਸਕਦੀ ਹੈ? ਸੰਕਲਪ ਕੀ ਹੈ? ਸੰਕਲਪ ਤੋਂ ਭਾਵ ਕਿ ਅਸੀਂ ਕਿਸੇ ਕੰਮ, ਥਾਂ, ਵਸਤੂ, ਤੱਥ ਬਾਰੇ ਕਿੰਨਾ ਜਾਣਦੇ ਹਾਂ, ਇਸ ਨੂੰ ਅਸੀਂ ਇੱਕ ਧਾਰਨਾ ਵਜੋਂ ਵੀ ਪ੍ਰਦਰਸ਼ਿਤ ਕਰ ਸਕਦੇ ਹਾਂ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਿ ਉਮਰ ਦੇ ਅਨੁਸਾਰ ਕਿਵੇਂ ਸੰਕਲਪ ਬਣਾਇਆ ਜਾ ਸਕਦਾ ਹੈ। ਛੋਟੇ ਬੱਚੇ ਨੇ ਤਾਂ ਉਹ ਥੋੜ੍ਹਾ ਸੋਚਣਗੇ ਅਤੇ ਉਹਨਾਂ ਦਾ ਥੋੜ੍ਹਾ ਸੰਕਲਪ ਹੋਏਗਾ, ਵੱਡਿਆਂ ਦਾ ਸੰਕਲਪ ਵੱਡਾ ਹੋਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਫੁੱਲ ਕੁਐਸਚਨ ਕਰਕੇ ਉਹਦਾ ਸਿੱਟਾ। ਉਸ ਤੋਂ ਬਾਅਦ 5th ਕੁਐਸਚਨ ਦਾ ਜਾਂ ਵਾਲਾ ਕੁਐਸਚਨ ਹੈ ਕਿ ਅਧਿਆਪਨ ਸਿੱਖਣ ਸਮੱਗਰੀ ਤੋਂ ਕੀ ਭਾਵ ਹੈ, ਇਸ ਦੀਆਂ ਵਿਸ਼ੇਸ਼ਤਾ ਅਤੇ ਕਿਸਮਾਂ ਬਾਰੇ ਲਿਖੋ। ਅਧਿਆਪਨ ਸਿੱਖਣ ਸਮੱਗਰੀ ਕੀ ਹੁੰਦੀ ਹੈ ਕਿ ਜਦੋਂ ਆਪਾਂ ਟੀਚਿੰਗ ਮੈਥਡ ਅਪਣਾਉਂਦੇ ਹਾਂ ਤਾਂ ਉਹਦੇ 'ਚ ਜੋ ਸਿੱਖਣ ਲਈ ਕੋਈ ਵੀ ਸਮੱਗਰੀ ਚਾਹੀਦੀ ਹੈ, ਜਿਸ ਤਰ੍ਹਾਂ ਕਿ ਪੁਸਤਕਾਂ, ਠੀਕ ਹੈ ਜੀ, ਉਹ ਸਾਰੀਆਂ ਅਧਿਆਪਨ ਸਿੱਖਣ ਸਮੱਗਰੀ 'ਚ ਆ ਜਾਣਗੀਆਂ। ਠੀਕ ਹੈ ਜੀ। ਸਥਾਈ ਵੀ ਹੁੰਦੀਆਂ ਨੇ, ਅਸਥਾਈ ਵੀ ਹੁੰਦੀਆਂ ਨੇ। ਉਦੇਸ਼ ਕੀ ਹੈ? ਰੁਚੀ ਵਿੱਚ ਵਾਧਾ। ਆਸਾਨ ਸਮੱਗਰੀ ਹੋਣੀ ਚਾਹੀਦੀ ਹੈ, ਸਮਝਣ ਯੋਗ ਹੋਵੇ। ਗਿਆਨ ਨੂੰ ਸਥਾਈ ਕਰਨਾ। ਬੱਚਾ ਕੇਂਦਰਿਤ ਢੰਗ ਨਾਲ ਪੜ੍ਹਾਉਣਾ, ਪ੍ਰੈਕਟੀਕਲ ਰੂਪ ਦੇਣਾ। ਜਮਾਤ ਵਿੱਚ ਬੱਚਿਆਂ ਦੀ ਸ਼ਮੂਲੀਅਤ, ਬੱਚਿਆਂ ਨੂੰ ਚੰਗਾ ਨਿਰੀਖਕ ਬਣਾਉਣਾ, ਕਿਰਿਆਸ਼ੀਲ ਬਣਾਉਣਾ, ਸ਼ਮੂਲੀਅਤ ਵਿੱਚ ਵਾਧਾ। ਐਂਡ ਦੋਨੋਂ ਉਸ ਤੋਂ ਬਾਅਦ ਚਾਰਟ ਨੇ ਜੋ ਇਹ ਕੀ ਹੈ? ਸਹਾਇਕ ਸਮੱਗਰੀ ਹੈ ਆਪਣੀ। ਠੀਕ ਹੈ ਜੀ। ਚਾਰਟਾਂ ਦੇ ਪ੍ਰਯੋਗ ਵਿੱਚ ਸਾਵਧਾਨੀਆਂ ਕੀ ਵਰਤਣੀਆਂ ਚਾਹੀਦੀਆਂ ਨੇ ਉਹ ਹੈ। ਉਸ ਤੋਂ ਬਾਅਦ ਮਾਡਲ 'ਚ ਕੀ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ। ਰਚਨਾਤਮਕ ਕਿਰਿਆਵਾਂ ਹੋਣੀਆਂ ਚਾਹੀਦੀਆਂ ਨੇ। ਠੀਕ ਹੈ ਜੀ। ਆਰੇਖ ਕਿਵੇਂ ਬਣਾਉਣਾ ਹੈ, ਕਠਿਨਾਈਆਂ ਕੀ ਨੇ। ਉਸ ਤੋਂ ਬਾਅਦ 6th ਕੁਐਸਚਨ ਹੈ ਕਿ ਸਮਾਜਿਕ ਵਿਗਿਆਨ ਵਿਸ਼ੇ ਵਿੱਚ ਸਮੱਸਿਆ ਹੱਲ ਵਿਧੀ ਕੀ ਹੈ। ਸਮੱਸਿਆ ਹੱਲ ਵਿਧੀ ਹਰੇਕ ਵਿਅਕਤੀ ਨੂੰ ਸਮੇਂ-ਸਮੇਂ 'ਤੇ ਜੀਵਨ ਦੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਹੁੰਦਾ ਹੈ ਅਤੇ ਉਹਨਾਂ ਨੂੰ ਹੱਲ ਕਰਨ ਦੀ ਕੋਈ ਵੀ ਉਹ ਵਿਧੀ ਅਪਣਾਉਂਦਾ ਹੈ ਤਾਂ ਉਹਨੂੰ ਸਮੱਸਿਆ ਹੱਲ ਵਿਧੀ ਕਹਿੰਦੇ ਹਨ। ਅਰਥ ਰਸਕ ਦਾ ਵਿਚਾਰ ਹੈ ਕਿ ਸਮੱਸਿਆ ਸਮਾਧਾਨ ਕਿਸੇ ਕਠਿਨਾਈ ਜਾਂ ਜਟਿਲਤਾ ਤੇ ਅਜਿਹਾ ਨਿਯੋਜਿਤ ਹਮਲਾ ਜਿਸ ਦਾ ਪ੍ਰਯੋਜਨ ਸੰਤੋਖਜਨਕ ਹੱਲ ਪ੍ਰਾਪਤ ਕਰਨਾ ਹੁੰਦਾ ਹੈ। ਸਮੱਸਿਆ ਅਤੇ ਪ੍ਰੋਜੈਕਟ ਵਿੱਚ ਅੰਤਰ। ਸਮੱਸਿਆ ਅਤੇ ਪ੍ਰੋਜੈਕਟ 'ਚ ਪਹਿਲਾਂ ਆਪਾਂ ਅੰਤਰ ਦੱਸਾਂਗੇ। ਠੀਕ ਹੈ ਜੀ। ਸਮੱਸਿਆ ਸਮਾਧਾਨ ਅਧਿਆਪਨ ਵਿਧੀ ਦੇ ਲਕਸ਼ ਦੱਸਾਂਗੇ। ਚੰਗੀ ਸਮੱਸਿਆ ਦੀਆਂ ਵਿਸ਼ੇਸ਼ਤਾਵਾਂ ਕੀ ਨੇ ਕਿ ਉਹ ਵਾਸਤਵਿਕ ਹੁੰਦੀ ਹੈ, ਰੋਚਕ ਹੁੰਦੀ ਹੈ, ਬੱਚਿਆਂ ਦੇ ਵਿਦਿਆਰਥੀਆਂ ਦੇ ਅਨੁਕੂਲ ਹੁੰਦੀ ਹੈ, ਜੀਵਨ ਨਾਲ ਸੰਬੰਧਿਤ ਹੁੰਦੀ ਹੈ। ਕੋਈ ਵੀ ਸਮੱਸਿਆ ਆਪਣੀ ਲਾਈਫ ਨਾਲ ਸੰਬੰਧਿਤ ਹੈ ਉਹ ਸਮੱਸਿਆ। ਠੀਕ ਹੈ ਜੀ। ਵਿਚਾਰ ਉਤੇਜਕ ਹੁੰਦੀ ਹੈ, ਪੂਰਵ ਗਿਆਨ ਨਾਲ ਸੰਬੰਧਿਤ ਹੁੰਦੀ ਹੈ ਕਿ ਬੱਚੇ ਦਾ ਜੋ ਪਹਿਲਾਂ ਵਾਲਾ ਗਿਆਨ ਹੈ, ਜੋ ਉਹਨੇ ਨਵਾਂ ਸਿੱਖਿਆ ਉਸ ਤੋਂ ਪਹਿਲਾਂ ਵਾਲਾ ਜਿਹੜਾ ਗਿਆਨ ਹੈ ਉਹ ਪੂਰਵ ਗਿਆਨ ਹੈ। ਵਾਤਾਵਰਨ ਨਾਲ ਸੰਬੰਧਿਤ ਹੁੰਦੀ ਹੈ, ਵਿਦਿਅਕ ਮਹੱਤਵ ਰੱਖਦੀ ਹੈ, ਅਧਿਕਤਮ ਕਿਰਿਆ ਹੁੰਦੀਆਂ ਨੇ। ਠੀਕ ਹੈ ਜੀ। ਸਪਸ਼ਟ ਅਤੇ ਨਿਸ਼ਚਿਤ ਹੁੰਦੀ ਹੈ। ਪਾਠਕ੍ਰਮ ਗਠਨ ਦੇ ਅਨੁਸਾਰ ਹੱਲ ਸੰਭਵ ਹੁੰਦਾ ਹੈ। ਕੋਈ ਵੀ ਸਮੱਸਿਆ ਉਹਦਾ ਹੱਲ ਤਾਂ ਹੋਣਾ ਹੀ ਹੈ। ਠੀਕ ਹੈ ਜੀ। ਇਸ ਕਰਕੇ ਹੱਲ ਸੰਭਵ ਹੁੰਦਾ ਹੈ। ਮੂਲਭੂਤ ਸਿਧਾਂਤ ਕੀ ਨੇ ਉਹਦੇ ਕਿ ਸਮੱਸਿਆ ਉਚਿਤ ਹੋਣ ਦਾ ਸਿਧਾਂਤ, ਮਾਨਸਿਕ ਕਿਰਿਆ ਦਾ ਸਿਧਾਂਤ, ਸੁਤੰਤਰਤਾ ਦਾ ਸਿਧਾਂਤ। ਉਸ ਤੋਂ ਬਾਅਦ ਇਹ ਸਾਰੇ ਸਿਧਾਂਤ ਦਿੱਤੇ ਹੋਏ ਨੇ। ਸਮੱਸਿਆ ਦੇ ਸਰੋਤ ਦਿੱਤੇ ਨੇ, ਸਮੱਸਿਆ ਹੱਲ ਦੇ ਸੋਪਾਨ ਦਿੱਤੇ ਨੇ ਕਿ ਕਿਵੇਂ ਆਪਾਂ ਸਮੱਸਿਆ ਨੂੰ ਹੱਲ ਕਰ ਸਕਦੇ ਹਾਂ। ਠੀਕ ਹੈ ਜੀ। ਸਮੱਸਿਆ ਅਧਿਆਪਨ ਵਿੱਚ ਅਧਿਆਪਕ ਦੀ ਕੀ ਭੂਮਿਕਾ ਹੈ। ਸਮੱਸਿਆ ਅਧਿਆਪਨ ਵਿਧੀ ਦੇ ਗੁਣ ਕੀ ਨੇ। ਠੀਕ ਹੈ ਜੀ। ਇਹਦੀਆਂ ਸੀਮਾਵਾਂ ਕੀ ਨੇ। ਐਂਡ ਉਸ ਤੋਂ ਬਾਅਦ ਹੈ ਕਿ ਚਲੰਤ ਮਾਮਲੇ ਕੀ ਹੁੰਦੇ ਨੇ। ਤਤਕਾਲੀਨ ਘਟਨਾਵਾਂ ਇਤਿਹਾਸਿਕ ਹੁੰਦੀਆਂ ਹਨ ਜਿਹੜੀਆਂ ਉਹਨਾਂ ਸਮੱਸਿਆਵਾਂ ਨਾਲ ਸੰਬੰਧਿਤ ਹੁੰਦੀਆਂ ਹਨ ਜਿਨ੍ਹਾਂ ਨੂੰ ਪਹਿਲਾਂ ਤੋਂ ਹੀ ਨਿਪਟਾਇਆ ਜਾ ਚੁੱਕਿਆ ਹੁੰਦਾ ਹੈ। ਚਲੰਤ ਮਾਮਲਿਆਂ ਤੋਂ ਭਾਵ ਹੈ ਜੋ ਹਮੇਸ਼ਾ ਨਿਰੰਤਰ ਚੱਲਦੇ ਨੇ। ਕੋਈ ਵੀ ਮਸਲਾ ਹੈ, ਕੋਈ ਵੀ ਮਾਮਲਾ ਹੈ ਜੋ ਹਮੇਸ਼ਾ ਚੱਲਦਾ ਰਹੇ ਉਹ ਚਲੰਤ ਮਾਮਲਿਆਂ ਵਿੱਚ ਆਉਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹਦਾ ਅਰਥ ਦਿੱਤਾ ਹੈ ਜੀ। ਪਰਿਭਾਸ਼ਾਵਾਂ ਦਿੱਤੀਆਂ ਹੋਈਆਂ ਨੇ। ਮਹੱਤਤਾ ਕੀ ਹੈ ਕਿ ਤਤਕਾਲੀਨ ਘਟਨਾਵਾਂ 'ਤੇ ਆਧਾਰਿਤ ਹੋਣੀਆਂ ਚਾਹੀਦੀਆਂ ਨੇ। ਇਹ ਸਾਰੀਆਂ ਇਹਦੀ ਮਹੱਤਤਾ ਹੈ।
ਪੁਆਇੰਟਸ ਦਿੱਤੇ ਹੋਏ ਨੇ। ਉਹ ਪਹਿਲਾਂ ਆਪਾਂ 16-18 ਵਾਲਾ ਕੀਤਾ ਸੀ, ਹੁਣ ਆਪਾਂ 17-19 ਵਾਲਾ ਪੇਪਰ ਹੈ ਜੋ ਡਿਸਕਸ ਕਰਾਂਗੇ। ਤੁਹਾਡਾ ਪੇਪਰ 70 ਮਾਰਕਸ ਦਾ ਹੁੰਦਾ ਹੈ ਜੀ। 10-10 ਨੰਬਰ ਵਾਲੇ ਕੁਐਸਚਨਸ ਜੋ ਨੇ ਮੋਸਟ ਇੰਪੋਰਟੈਂਟ ਉਹ ਆਪਾਂ ਅੱਜ ਕਰ ਰਹੇ ਹਾਂ। ਇਸ ਤੋਂ ਬਾਅਦ ਫਸਟ ਕੁਐਸਚਨ ਹੈ ਜੀ ਇਹਦਾ ਕਿ ਇਸ ਤੱਥ ਦੇ ਬਾਵਜੂਦ ਕਿ ਸਮਾਜਿਕ ਵਿਗਿਆਨ ਇੱਕ ਵਿਸਤ੍ਰਿਤ ਵਿਸ਼ਾ ਹੈ, ਸਮਾਜਿਕ ਵਿਗਿਆਨ ਦੇ ਖੇਤਰ ਬਾਰੇ ਦੱਸੋ। ਸਮਾਜਿਕ ਵਿਗਿਆਨ ਦਾ ਖੇਤਰ ਕੀ ਹੈ? ਪਹਿਲਾਂ ਆਪਾਂ ਦੱਸਾਂਗੇ ਕਿ ਸਮਾਜਿਕ ਵਿਗਿਆਨ ਜਿਹੜਾ ਉਹ ਬਹੁਤ ਪਿੱਛੇ ਆਪਾਂ ਸਮਝ ਕੇ ਆਏ ਸੀ ਕਿ ਇਹ ਬਹੁਤ ਵਿਸ਼ਾਲ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਿ ਮਨੁੱਖੀ ਸੰਬੰਧਾਂ ਦਾ ਅਧਿਐਨ ਕਰਦਾ ਹੈ, ਕਾਰਨ ਅਤੇ ਪ੍ਰਭਾਵ ਸੰਬੰਧਾਂ ਦਾ ਅਧਿਐਨ, ਮਨੁੱਖ ਅਤੇ ਉਸਦੇ ਵਾਤਾਵਰਨ ਦਾ ਅਧਿਐਨ, ਅਤੀਤ ਅਤੇ ਵਰਤਮਾਨ ਦਾ ਸਹਿ ਸੰਬੰਧ, ਸਮਾਜ ਦਾ ਅਧਿਐਨ, ਪ੍ਰਾਕ੍ਰਿਤਿਕ ਵਿਗਿਆਨਾਂ ਦਾ ਕਾਰਜਾਤਮਕ ਅਧਿਐਨ, ਇਹ ਸਭ ਕੁਝ ਦਿੱਤਾ ਹੈ। ਉਸ ਤੋਂ ਬਾਅਦ ਸਿੱਟਾ, ਜੇ ਪ੍ਰਕਿਰਤੀ ਲਿਖਣੀ ਹੈ ਤਾਂ ਇਹ ਨੀਚੇ ਵਾਲਾ ਲਿਖਣਾ ਹੈ ਕਿ ਜੇ ਆਪਾਂ ਨੂੰ ਪੁੱਛਿਆ ਜਾਏ ਕਿ ਉਹਦੀ ਪ੍ਰਕਿਰਤੀ ਕੀ ਹੈ ਤਾਂ ਆਪਾਂ ਕਹਿਣਾ ਹੈ ਕਿ ਇੱਕ ਵਿਸ਼ੇਸ਼ ਗਿਆਨ ਹੈ, ਇੱਕ ਵਿਆਪਕ ਵਿਸ਼ਾ ਹੈ, ਅੰਤਰ ਰਿਸ਼ਤਿਆਂ ਬਾਰੇ ਗਿਆਨ ਦਿੰਦਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਸਿੱਟਾ, ਪਾਠਕ੍ਰਮ ਨਿਰਧਾਰਨ ਦੇ ਆਮ ਸਿਧਾਂਤਾਂ ਦੀ ਵਿਆਖਿਆ ਕਰੋ, ਦੱਸੋ ਕਿ ਸਮਾਜਿਕ ਵਿਗਿਆਨ ਦਾ ਪਾਠਕ੍ਰਮ ਨਿਰਧਾਰਿਤ ਕਰਦੇ ਸਮੇਂ ਇਹਨਾਂ ਦੀ ਕਿੰਨੀ ਕੁ ਪਾਲਣਾ ਕੀਤੀ ਜਾਂਦੀ ਹੈ। ਪਹਿਲਾਂ ਤਾਂ ਆਪਾਂ ਪਾਠਕ੍ਰਮ ਰਚਨਾ ਕਿਵੇਂ ਕੀਤੀ ਜਾਂਦੀ ਹੈ ਉਹਦੇ ਸਿਧਾਂਤ ਦੱਸਾਂਗੇ ਕਿ ਪਾਠਕ੍ਰਮ ਹੈ ਜੋ ਵਿਦਿਆਰਥੀ ਕੇਂਦਰਿਤ ਹੋਣਾ ਚਾਹੀਦਾ ਹੈ, ਸਮੁਦਾਇ ਕੇਂਦਰਿਤ ਹੋਵੇ, ਸਮਾਜਿਕ ਅਧਿਐਨਾਂ ਦੀਆਂ ਕਿਰਿਆ 'ਤੇ ਕੇਂਦਰਿਤ ਹੋਵੇ, ਭਿੰਨਤਾ ਦਾ ਸਿਧਾਂਤ ਹੋਣਾ ਚਾਹੀਦਾ ਹੈ, ਲਚੀਲਾ ਹੋਣਾ ਚਾਹੀਦਾ ਹੈ ਕਿ ਕੁਝ ਵੀ ਤਬਦੀਲੀ ਕਰਨੀ ਹੈ ਤਾਂ ਉਹ ਪਾਠਕ੍ਰਮ ਵਿੱਚ ਕੀਤੀ ਜਾ ਸਕੇ, ਏਕਤਾ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਅਨੁਭਵ ਦੀ ਸੰਪੂਰਨਤਾ ਹੋਵੇ, ਉਪਯੋਗਤਾ ਦਾ ਸਿਧਾਂਤ ਹੋਵੇ, ਸੁਰੱਖਿਆ ਦਾ ਸਿਧਾਂਤ ਹੋਵੇ, ਰਚਨਾਤਮਿਕਤਾ ਸਿਖਲਾਈ ਦਾ ਸਿਧਾਂਤ ਹੋਵੇ, ਲੋਕਤੰਤਰੀ ਕੀਮਤਾਂ ਦੇ ਵਿਕਾਸ ਦਾ ਸਿਧਾਂਤ ਹੋਵੇ, ਸੰਤੁਲਨ ਦਾ ਸਿਧਾਂਤ ਹੋਵੇ, ਜੀਵਨ ਲਈ ਤਿਆਰੀ, ਦੂਰਦਰਸ਼ਤਾ, ਕਾਰਜਾਤਮਕ ਸੰਬੰਧ, ਵਫਾਦਾਰੀ, ਠੀਕ ਹੈ ਜੀ। ਇਹ ਸਾਰੇ ਇਹਦੇ 'ਚ ਸਿਧਾਂਤ ਹੋਣੇ ਚਾਹੀਦੇ ਹਨ। ਦੈਨ ਉਸ ਤੋਂ ਬਾਅਦ ਸਿੱਟਾ, ਚਲੰਤ ਮਾਮਲੇ ਆਪਾਂ ਪਹਿਲਾਂ ਕਰ ਲਿਆ ਸੀ। ਉਸ ਤੋਂ ਬਾਅਦ ਹੈ ਕਿ ਗਦਰ ਅੰਦੋਲਨ ਦੀ ਉਤਪੱਤੀ ਦੇ ਕਾਰਨ, ਵਿਕਾਸ, ਅਸਫਲਤਾ ਦੇ ਕਾਰਨ ਦੱਸੋ। ਗਦਰ ਅੰਦੋਲਨ ਹੈ ਜੋ ਗਦਰ ਪਾਰਟੀ ਗੁਲਾਮ ਭਾਰਤ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ਦੇ ਉਦੇਸ਼ ਨਾਲ ਬਣਾਇਆ ਗਿਆ ਇੱਕ ਸੰਗਠਨ ਸੀ, ਠੀਕ ਹੈ ਜੀ। ਸਿਆਸਤ ਦਾ ਬਦਲ ਹੋਇਆ, ਸਿੱਖ ਲਹਿਰ ਨਹੀਂ ਸੀ, ਸਾਮਰਾਜ ਲੁੱਟ ਤੇ ਤੰਗੀ ਆਈ, ਧਾਰਮਿਕ ਵਿਰਸਾ, ਗਰੀਬ ਸਿੱਖਾਂ ਦੇ ਹੱਕਾਂ ਦੀ ਰਾਖੀ, ਪਹਿਲੀ ਸਿਆਸੀ ਲਹਿਰ, ਕਿਰਤੀ ਲੋਕਾਂ ਦੀ ਲਹਿਰ, ਗਦਰ ਕਵਿਤਾ, ਗਦਰੀ ਮੈਂਬਰ। ਗਦਰੀ ਮੈਂਬਰ ਕੁਐਸਚਨ ਸ਼ਾਰਟ ਵੀ ਆ ਜਾਂਦਾ ਹੈ ਕਿ ਗਦਰੀ ਮੈਂਬਰ ਕੌਣ ਕੌਣ ਸਨ। ਉਹਦੇ 'ਚ ਗਦਰੀ ਮੈਂਬਰ ਸੀ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਸੋਹਣ ਸਿੰਘ ਭਕਨਾ, ਮੋਹਨ ਲਾਲ ਪਾਠਕ, ਹਰਨਾਮ ਸਿੰਘ ਕਾਲਾ, ਪੰਡਿਤ ਕਾਸ਼ੀ ਰਾਮ ਆਦਿ, ਠੀਕ ਹੈ ਜੀ। ਉਸ ਤੋਂ ਬਾਅਦ ਸਿੱਟਾ, ਮਿਡਲ ਪੱਧਰ ਦੀਆਂ ਜਮਾਤਾਂ ਦੇ ਬੱਚਿਆਂ ਵਿੱਚ ਸੰਕਲਪ ਨਿਰਮਾਣ ਕਿਵੇਂ ਹੁੰਦਾ ਹੈ, ਵਿਆਖਿਆ ਕਰੋ। ਸੰਕਲਪ ਨਿਰਮਾਣ ਆਪਾਂ ਵੇਖ ਲਿਆ ਸੀ, ਠੀਕ ਹੈ ਜੀ। ਉਸ ਤੋਂ ਬਾਅਦ ਪਾਠ ਪੁਸਤਕਾਂ ਤੋਂ ਕੀ ਭਾਵ ਹੈ, ਆਪਾਂ ਪਿੱਛੇ ਪਾਠਕ੍ਰਮ ਪੜ੍ਹ ਕੇ ਆਏ, ਹੁਣ ਆਪਾਂ ਨੂੰ ਪਾਠ ਪੁਸਤਕਾਂ ਵੀ ਪੜ੍ਹਨੀਆਂ ਨੇ ਕਿ ਕਿਸ ਤਰ੍ਹਾਂ ਦੀਆਂ ਹੁੰਦੀਆਂ ਨੇ। ਪਾਠ ਪੁਸਤਕਾਂ ਤੋਂ ਬਿਨਾਂ ਪ੍ਰਭਾਵਸ਼ਾਲੀ ਸਿੱਖਿਆ ਪ੍ਰਣਾਲੀ ਕਲਪਨਾ ਕਰਨਾ ਚੱਪੂ ਤੋਂ ਬਿਨਾਂ ਬੇੜੀ ਦੇ ਸਮਾਨ ਹੈ। ਇਸ ਕਥਨ ਦੇ ਸੰਦਰਭ ਵਿੱਚ ਪਾਠ ਪੁਸਤਕ ਦੀ ਲੋੜ ਅਤੇ ਮਹੱਤਤਾ ਦੱਸੋ, ਠੀਕ ਹੈ ਜੀ। ਪਹਿਲਾਂ ਪਾਠ ਪੁਸਤਕ ਬਾਰੇ ਦੱਸ ਦੇਣਾ ਹੈ ਕਿ ਆਪਾਂ ਨੂੰ ਪਤਾ ਹੈ ਕਿ ਪਾਠ ਪੁਸਤਕ ਤੋਂ ਬਿਨਾਂ ਆਪਾਂ ਕੋਈ ਵੀ ਪੜ੍ਹਾਈ ਨਹੀਂ ਕਰ ਸਕਦੇ, ਠੀਕ ਹੈ ਜੀ। ਉਸ ਤੋਂ ਬਾਅਦ ਪਾਠ ਪੁਸਤਕ ਦੇ ਲਾਭ ਦੱਸਣੇ ਨੇ ਕਿ ਇਹ ਇੱਕ ਪ੍ਰਭਾਵਸ਼ੀਲਤਾ ਲਿਆਉਂਦੀ ਹੈ, ਵਿਗਿਆਨਿਕ ਢੰਗ ਹੈ, ਸ਼੍ਰੇਣੀ ਵਿੱਚ ਕੰਮ ਕਰਨਾ, ਮੁੜ ਯਾਦ ਕਰਨਾ, ਵਿਸ਼ਾ ਸਮੱਗਰੀ ਦੀ ਉਚਿਤਤਾ, ਚਲੰਤ ਮਾਮਲਿਆਂ ਦਾ ਅਧਿਐਨ, ਵੱਖ-ਵੱਖ ਵਿਧੀਆਂ ਦੀ ਜਾਣਕਾਰੀ। ਪਾਠ ਪੁਸਤਕ ਦੀਆਂ ਸੀਮਾਵਾਂ ਕੀ ਨੇ ਉਹ ਨੀਚੇ ਦਿੱਤੀਆਂ ਨੇ। ਲੰਬੇ ਸਮੇਂ ਦੀ ਯਾਦਾਸ਼ਤ ਨਹੀਂ ਹੁੰਦੀ, ਠੀਕ ਹੈ ਜੀ, ਬੱਚਿਆਂ ਦੀ, ਅਤੇ ਇਸ ਕਰਕੇ ਆਪਾਂ ਨੂੰ ਪਾਠ ਪੁਸਤਕ ਜ਼ਰੂਰ ਲੈਣੀ ਚਾਹੀਦੀ ਹੈ। ਮੁਲਾਂਕਣ ਦੇ ਆਧਾਰ ਦੱਸਣੇ ਹੈ ਅਤੇ ਕਿੰਨੀ ਤਰ੍ਹਾਂ ਦਾ ਹੁੰਦਾ ਹੈ ਅਤੇ ਲੋੜ ਅਤੇ ਮਹੱਤਤਾ ਦੱਸਣੀ ਹੈ। ਨਿਰੰਤਰ ਮੁਲਾਂਕਣ ਹੁੰਦਾ ਹੈ, ਵਿਆਪਕ ਮੁਲਾਂਕਣ ਹੁੰਦਾ ਹੈ ਅਤੇ ਲੋੜ ਉਹਦੀ ਕੀ ਹੈ। ਅਧਿਆਪਕ ਅਤੇ ਵਿਦਿਆਰਥੀ ਵਿੱਚ ਸੰਤੁਲਨ ਬਣਿਆ ਰਹਿੰਦਾ ਹੈ। ਵਿਦਿਆਰਥੀ ਦੀ ਨਿਯਮਿਤ ਜਾਂਚ ਲਈ ਜ਼ਰੂਰੀ ਹੈ। ਮਾਤਾ ਪਿਤਾ ਨਾਲ ਸੰਬੰਧ, ਮਾਪੇ ਅਧਿਆਪਕ ਮਿਲਣੀ ਹੁੰਦੀ ਹੈ ਕਿ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਨਾ, ਤਾਂ ਉਹਦੇ ਲਈ ਵੀ ਆਪਾਂ ਨੂੰ ਇਹ ਜ਼ਰੂਰੀ ਹੈ। ਵਿਸ਼ੇ ਅਤੇ ਪਾਠਕ੍ਰਮ ਉੱਤੇ ਆਧਾਰਿਤ ਹੁੰਦਾ ਹੈ। ਸਹੀ ਗਿਆਨ ਦੇਣ ਲਈ, ਬੱਚਿਆਂ ਦੀ ਪੜ੍ਹਾਈ ਦਾ ਪਰੀਖਣ ਕਰਨ ਲਈ, ਵਿਦਿਆਰਥੀ ਦੀ ਕਾਰਗੁਜ਼ਾਰੀ ਦਾ ਲਿਖਤੀ ਵੇਰਵਾ ਰੱਖਣ ਲਈ। ਉਸ ਤੋਂ ਬਾਅਦ ਇਹ ਨੀਚੇ ਦੀ ਮਹੱਤਤਾ ਦਿੱਤੀ ਹੋਈ ਹੈ ਕਿ ਨਿਰੰਤਰ ਹੋਣਾ ਚਾਹੀਦਾ ਹੈ। ਉਸ ਤੋਂ ਬਾਅਦ ਹੈ ਕਿ ਚੰਗੀ ਅਧਿਆਪਨ ਵਿਧੀ ਤੋਂ ਕੀ ਭਾਵ ਹੈ। ਸਮਾਜਿਕ ਵਿਗਿਆਨ ਦੇ ਅਧਿਆਪਨ ਲਈ ਮਨਪਸੰਦ ਵਿਧੀ ਕਿਹੜੀ ਹੈ। ਅਧਿਆਪਨ ਵਿਧੀ ਆਪਾਂ ਲਿਖ ਦੇਣੀ ਹੈ। ਉਸ ਤੋਂ ਬਾਅਦ ਮਨਪਸੰਦ ਵਿਧੀ ਦੇ ਲਈ ਆਪਾਂ ਪਰਿਭਾਸ਼ਾ ਲਿਖਣੀ ਇੱਕ। ਚੰਗੀ ਵਿਧੀ ਕਿਹੜੀ ਹੈ, ਰੁਚੀ ਪੈਦਾ ਕਰੇ, ਸਹੀ ਕੰਮ ਕਰਨ ਦੀ ਆਦਤ ਪਾਉਣਾ, ਉਦੇਸ਼ਪੂਰਨ, ਠੋਸ, ਅਸਲੀ ਸਥਿਤੀਆਂ, ਅਧਿਆਪਕ ਦੇ ਪ੍ਰਯੋਗ ਦਾ ਢੰਗ, ਅਧਿਆਪਨ ਦੀਆਂ ਵਿਧੀਆਂ, ਭਾਸ਼ਣ ਵਿਧੀ, ਪ੍ਰੋਜੈਕਟ ਵਿਧੀ, ਸਵੈ ਖੋਜ ਵਿਧੀ, ਨਿਰੀਖਣ ਵਿਧੀ, ਵਿਚਾਰ ਵਟਾਂਦਰਾ ਵਿਧੀ। ਇਹਨਾਂ ਸਾਰੀਆਂ 'ਚੋਂ ਕੋਈ ਇੱਕ ਤੁਸੀਂ ਵਿਧੀ ਲਿਖ ਲੈਣੀ ਹੈ, ਭਾਵੇਂ ਉਹ ਪ੍ਰੋਜੈਕਟ ਵਿਧੀ ਹੋਏ, ਕਹਾਣੀ ਸੁਣਾਉਣਾ ਵਿਧੀ ਹੋਏ, ਜਿਹੜੀ ਤੁਹਾਨੂੰ ਸਹੀ ਲੱਗਦੀ ਹੈ ਨਾ, ਉਹਦੇ ਬਾਰੇ ਪਹਿਲਾਂ ਉਹਦਾ ਉਦੇਸ਼ ਲਿਖਣਾ ਹੈ,
ਫਿਰ ਕਿਰਿਆਸ਼ੀਲਤਾ ਦਾ ਸਿਧਾਂਤ ਹੋਏ, ਅਨੁਭਵ ਦਾ ਸਿਧਾਂਤ ਹੋਏ, ਯਥਾਰਥ ਹੋਏ, ਵਰਤੋਂ ਦਾ ਹੋਏ, ਸਾਧਨਾਂ ਦੀ ਵਰਤੋਂ, ਸੁਤੰਤਰਤਾ ਹੋਏ। ਠੀਕ ਹੈ ਜੀ। ਪ੍ਰੋਜੈਕਟ ਵਿਧੀ ਦੇ ਆਪਾਂ ਪੜਾਅ ਲਿਖ ਲੈਣੇ ਕਿ ਸਥਿਤੀਆਂ ਤੋਂ ਜਾਣੂ ਕਰਵਾਉਣਾ, ਯੋਜਨਾ ਦੀ ਚੋਣ। ਠੀਕ ਹੈ ਜੀ। ਉਸ ਤੋਂ ਬਾਅਦ ਲਾਭ, ਹਾਨੀਆਂ ਅਤੇ ਸਿੱਟਾ। ਠੀਕ ਹੈ ਜੀ। ਉਸ ਤੋਂ ਬਾਅਦ ਆਪਣਾ ਸੋਸ਼ਲ ਸਾਇੰਸ ਦਾ 15-17 ਦਾ ਜੋ ਕੁਐਸਚਨ ਪੇਪਰ ਹੈ ਉਹ ਕੀਤਾ। 10-10 ਨੰਬਰ ਵਾਲੇ ਕੁਐਸਚਨ ਨੇ ਕਿ ਸਮਾਜਿਕ ਵਿਗਿਆਨ ਅਤੇ ਸਮਾਜਿਕ ਅਧਿਐਨ ਵਿੱਚ ਪਾਏ ਜਾਣ ਵਾਲੇ ਅੰਤਰ ਵਿਸਥਾਰਪੂਰਵਕ ਲਿਖਣੇ ਆ। ਸਮਾਜਿਕ ਵਿਗਿਆਨ ਦਾ ਇੱਕ ਸਾਈਡ ਲਿਖ ਲਓਗੇ ਐਂਡ ਦੂਸਰੀ ਸਾਈਡ ਸਮਾਜਿਕ ਅਧਿਐਨ ਲਿਖ ਲੈਣਾ ਹੈ। ਉਦੇਸ਼ ਵਿਸ਼ੇਸ਼ ਵਿਸ਼ੇ ਵਿੱਚ ਨਵੇਂ ਤੱਥਾਂ ਦੀ ਖੋਜ ਕਰਦਾ ਹੈ, ਵਿਦਿਆਰਥੀ ਨੂੰ ਚੰਗੇ ਨਾਗਰਿਕ ਬਣਾਉਂਦਾ ਹੈ। ਜੋ ਸਮਾਜਿਕ ਵਿਗਿਆਨ ਹੈ ਉਹ ਨਵੇਂ ਵਿਸ਼ਿਆਂ ਦੀ ਖੋਜ ਕਰੇਗਾ, ਨਵੇਂ ਤੱਥਾਂ ਨੂੰ ਜਾਣੇਗਾ, ਅਤੇ ਜੋ ਸਮਾਜਿਕ ਅਧਿਐਨ ਹੈ ਵਿਦਿਆਰਥੀ ਨੂੰ ਚੰਗਾ ਨਾਗਰਿਕ ਬਣਾਏਗਾ। ਇਹ ਇਹੋ ਜਿਹੇ ਪੁਆਇੰਟਸ ਨੇ, 20 ਕੁ ਤੱਕ ਪੁਆਇੰਟਸ ਨੇ, ਤਾਂ ਤੁਸੀਂ ਇਹ ਕਰੋਗੇ। ਉਸ ਤੋਂ ਬਾਅਦ ਹੈ ਕਿ ਇਤਿਹਾਸ ਦੇ ਸਰੋਤ ਅਤੇ ਤੱਥਾਂ ਬਾਰੇ ਦੱਸਣਾ ਹੈ, ਸਾਹਿਤ ਦੀ ਵਿਆਖਿਆ ਕਰਨੀ ਹੈ। ਠੀਕ ਹੈ ਜੀ। ਇਤਿਹਾਸ ਅਤੀਤ ਦਾ ਅਧਿਐਨ ਹੈ, ਪੂਰਵ ਇਤਿਹਾਸ ਅਤੇ ਇਤਿਹਾਸ ਵਿੱਚ ਆਪਾਂ ਅੰਤਰ ਦੱਸਣਾ ਹੈ। ਮਨੁੱਖੀ ਜੀਵਨ ਦੇ ਲੰਬੇ ਕਾਲ ਨੂੰ 2 ਕਾਲਾਂ ਪੂਰਵ ਇਤਿਹਾਸ ਅਤੇ ਇਤਿਹਾਸ ਵਿੱਚ ਵੰਡਿਆ ਜਾਂਦਾ ਹੈ। ਤੱਥ ਅਤੇ ਸਰੋਤ ਕਿਹੜੇ ਨੇ? ਸਾਹਿਤਕ ਸਰੋਤ, ਪੁਰਾਤੱਤਵ ਸਰੋਤ, ਸਿੱਕੇ, ਸਮਾਰਕ, ਠੀਕ ਹੈ, ਸ਼ਿਲਾਲੇਖ, ਚਿੱਤਰਕਾਰੀ ਅਤੇ ਬੁੱਤ ਕਲਾ, ਸਰਕਾਰੀ ਦਸਤਾਵੇਜ਼, ਹੋਰ ਫੁਟਕਲ ਸਰੋਤ ਅਤੇ ਬਾਅਦ 'ਚ ਸਿੱਟਾ। 4th ਕੁਐਸਚਨ ਹੈ ਪ੍ਰਭਾਵਹੀਨ ਸਮੂਹ ਦੇ ਅਨੁਭਵ ਅਤੇ ਦ੍ਰਿਸ਼ਟੀਕੋਣ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ। ਭਾਰਤ ਬਹੁਤ ਸਾਰੇ ਧਰਮਾਂ ਅਤੇ ਸਮੂਹਾਂ ਦਾ ਦੇਸ਼ ਹੈ, ਜਿਸ ਵਿੱਚ ਵੱਖ-ਵੱਖ ਧਰਮਾਂ ਦੇ ਨਾਲ-ਨਾਲ ਵੱਖ-ਵੱਖ ਵਿਸ਼ਵਾਸਾਂ ਅਤੇ ਅੰਧ ਵਿਸ਼ਵਾਸਾਂ ਵੀ ਮੌਜੂਦ ਹਨ, ਪਰ ਇਹ ਪੂਰੇ ਸੰਸਾਰ ਵਿੱਚ ਮੌਜੂਦ ਹੈ ਕਿ ਕਿਸੇ ਦੇਸ਼ ਵਿੱਚ ਘੱਟ ਅਤੇ ਕਿਸੇ 'ਚ ਵੱਧ। ਠੀਕ ਹੈ ਜੀ। ਘੱਟ ਗਿਣਤੀ ਦੇ ਲੋਕਾਂ ਦਾ ਵਰਗ। ਉਸ ਤੋਂ ਬਾਅਦ ਹੈ ਅਨੁਸੂਚਿਤ ਜਾਤੀਆਂ ਦਾ ਵਰਗ, ਵਿਸ਼ੇਸ਼ ਤੌਰ 'ਤੇ ਵਾਲੇ ਲੋਕਾਂ ਦਾ ਵਰਗ ਅਤੇ ਸਿੱਟਾ। ਠੀਕ ਹੈ ਜੀ। ਤੁਸੀਂ ਆਪਣੇ ਆਪ ਆਪਣੇ ਮਾਈਂਡ ਨਾਲ ਸੋਸ਼ਲ ਸਾਇੰਸ ਵਿੱਚ ਲਿਖ ਸਕਦੇ ਹੋ। ਸਮੁਦਾਇ ਤੋਂ ਕੀ ਭਾਵ ਹੈ? ਸਮੁਦਾਇ ਦੀ ਮੁੱਖ ਵਿਸ਼ੇਸ਼ਤਾਵਾਂ ਕੀ ਨੇ? ਸਮੁਦਾਇ ਕੀ ਹੁੰਦੀ ਹੈ ਕਿ ਆਮ ਭਾਸ਼ਾ ਵਿੱਚ ਪ੍ਰਚਲਿਤ ਸ਼ਬਦ ਹੈ, ਜਿਸ ਦੀ ਵਰਤੋਂ ਜਾਤੀ ਵਿਸ਼ੇਸ਼, ਧਰਮ, ਵਰਗ ਜਾਂ ਸੰਪਰਦਾਇ ਵਿਸ਼ੇਸ਼ ਲੋਕਾਂ ਲਈ ਕੀਤੀ ਜਾਂਦੀ ਹੈ। ਸਮੁਦਾਇ ਦੇ ਤੱਤ ਕਿਹੜੇ ਨੇ? ਕਿ ਵਿਅਕਤੀਆਂ ਦਾ ਸਮੂਹ, ਨਿਸ਼ਚਿਤ ਭੂਗੋਲਿਕ ਖੇਤਰ, ਸਮਾਜਿਕ ਸਦਭਾਵਨਾ। ਠੀਕ ਹੈ ਜੀ। ਸਮੁਦਾਇ ਦੀਆਂ ਵਿਸ਼ੇਸ਼ਤਾਵਾਂ: ਆਪਣੇ ਆਪ ਵਿਕਾਸ, ਸਥਿਰਤਾ, ਵਿਸ਼ੇਸ਼ ਨਾਮ, ਮੂਰਤਤਾ, ਵਿਆਪਕ ਉਦੇਸ਼, ਸਧਾਰਨ ਜੀਵਨ, ਆਤਮ ਨਿਰਭਰਤਾ, ਲਾਜ਼ਮੀ ਮੈਮਰੀ। ਸਮਾਜਿਕ ਵਿਗਿਆਨ ਦੇ ਵਿਸ਼ੇ ਵਿੱਚ ਅਧਿਆਪਨ ਸਿੱਖਣ ਸਮੱਗਰੀ ਦੇ ਯੋਗਦਾਨ ਦਾ ਦਲੀਲਾਂ ਸਹਿਤ ਵਰਣਨ ਕਰੋ। ਅਧਿਆਪਨ ਸਿੱਖਣ ਸਮੱਗਰੀ ਦਿੱਤੀ ਹੋਈ ਹੈ ਜੀ। ਠੀਕ ਹੈ ਜੀ। ਕੀ ਹੁੰਦੀ ਹੈ? ਪਰਿਭਾਸ਼ਾ ਦਿੱਤੀ ਹੈ। ਉਸ ਤੋਂ ਬਾਅਦ ਸਮਾਜਿਕ ਵਿਗਿਆਨ ਅਤੇ ਸਮੁਦਾਇ ਇੱਕ ਸਾਧਨ ਨੇ। ਸਮੁਦਾਇ ਦੇ ਮਹੱਤਵਪੂਰਨ ਸਰੋਤ ਨੀਚੇ ਦਿੱਤੇ ਹੋਏ ਨੇ। ਸਿੱਖਣ ਸਮੱਗਰੀ ਦਾ ਯੋਗਦਾਨ: ਭਾਸ਼ਣ ਵਿਧੀ, ਪ੍ਰੋਜੈਕਟ ਵਿਧੀ, ਸਵੈ ਖੋਜ ਵਿਧੀ, ਨਿਰੀਖਣ ਵਿਧੀ, ਵਿਚਾਰ ਵਟਾਂਦਰਾ ਵਿਧੀ, ਖੇਤਰੀ ਯਾਤਰਾ, ਸੈਰ ਸਪਾਟਾ, ਕਹਾਣੀ ਸੁਣਾਉਣ ਵਿਧੀ ਅਤੇ ਦੈਨ ਸਿੱਟਾ। ਕੇਸ ਅਧਿਐਨ ਵਿਧੀ ਕੀ ਹੈ? ਇਸ ਵਿਧੀ ਦਾ ਲਾਭ ਅਤੇ ਦੋਸ਼ ਦੱਸੋ। ਕੇਸ ਸਟੱਡੀ ਜਾਂ ਕੇਸ ਅਧਿਐਨ ਇੱਕੋ ਹੀ ਚੀਜ਼ ਹੈ। ਜਿਵੇਂ ਡਾਕਟਰ ਕੋਈ ਕੇਸ, ਵਕੀਲ ਕੋਈ ਕੇਸ ਦੇਖਦਾ ਹੈ ਅਤੇ ਲੜਦਾ ਹੈ, ਉਸੇ ਤਰ੍ਹਾਂ ਬੱਚੇ ਦੇ ਬਾਰੇ ਅਧਿਐਨ ਨੂੰ ਵੀ ਕੇਸ ਸਟੱਡੀ ਕਿਹਾ ਜਾਂਦਾ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਪਰਿਭਾਸ਼ਾ ਦਿੱਤੀਆਂ ਨੇ। ਕੇਸ ਸਟੱਡੀ ਬਣਾਉਣ ਦੀ ਵਿਧੀ ਕੀ ਹੈ? ਕਿ ਪੂਰਾ ਅਤੇ ਨਿਰਪੱਖਤਾ ਦੇ ਲੇਖਾ ਜੋਖਾ ਬਣਾਉਣਾ ਪੈਂਦਾ ਹੈ। ਨੀਚੇ ਕੇਸ ਸਟੱਡੀ ਕਿਵੇਂ ਕਰਨੀ ਹੈ ਦਿੱਤਾ ਹੋਇਆ ਹੈ। ਨਾਮ, ਪਿਤਾ ਦਾ ਨਾਮ, ਪਤਾ, ਜਨਮ ਮਿਤੀ, ਸਕੂਲ, ਕਲਾਸ ਅਤੇ ਸੈਸ਼ਨ, ਧਰਮ, ਪਰਿਵਾਰ ਦੀ ਕਿਸਮ। ਠੀਕ ਹੈ ਜੀ। ਪਰਿਵਾਰਿਕ ਪਿਛੋਕੜ ਕਿਵੇਂ ਦਾ ਹੋਣਾ ਚਾਹੀਦਾ? ਬਾਪ ਦੀ ਉਮਰ ਕੀ ਹੈ ਜੇਕਰ ਉਹ ਜਿਉਂਦਾ ਹੈ ਤਾਂ? ਮਾਂ ਦੀ ਉਮਰ ਕੀ ਹੈ? ਮਤਰੇਏ ਮਾਂ ਬਾਪ ਜੇ ਹੋਣ ਤਾਂ ਉਹਨਾਂ ਬਾਰੇ। ਭਰਾਵਾਂ ਦੀ ਗਿਣਤੀ। ਇਹੀ ਹੁੰਦਾ ਹੈ ਕਿ ਬੱਚੇ ਬਾਰੇ ਸਾਰੀ ਜਾਣਕਾਰੀ ਇਕੱਠੀ ਕਰਨ ਨੂੰ ਹੀ ਕੇਸ ਸਟੱਡੀ ਕਹਿੰਦੇ ਨੇ। ਲਾਭ ਕੀ ਨੇ? ਇਹਦੇ ਨੀਚੇ ਦਿੱਤੇ ਨੇ। ਦੋਸ਼ ਦਿੱਤੇ ਨੇ, ਹਾਨੀਆਂ, ਸਿੱਟਾ। ਉਸ ਤੋਂ ਬਾਅਦ 6th ਕੁਐਸਚਨ ਹੈ ਕਿ ਸਮਾਜਿਕ ਵਿਗਿਆਨ ਅਧਿਆਪਨ ਵਿੱਚ ਵਰਤੀ ਜਾਣ ਵਾਲੀ ਨਿਰੀਖਣ ਵਿਧੀ ਕੀ ਹੈ? ਨਿਰੀਖਣ ਵਿਧੀ ਕੀ ਹੈ? ਕਿ ਸਥੂਲ ਤੋਂ ਸੂਖਮ ਸੂਤਰ 'ਤੇ ਆਧਾਰਿਤ ਅਧਿਆਪਨ ਸਿੱਖਣ ਦੀ ਅਜਿਹੀ ਪ੍ਰਕਿਰਿਆ ਜਿਸ ਵਿੱਚ ਸਿਖਿਆਰਥੀ ਅਧਿਆਪਕ ਦੀ ਨਿਗਰਾਨੀ ਅਤੇ ਮਾਰਗਦਰਸ਼ਨ ਅਧੀਨ ਵਿਸ਼ੇ ਨਾਲ ਸੰਬੰਧਿਤ ਅਸਲੀ ਚੀਜ਼ਾਂ, ਤੱਥਾਂ ਦਾ ਗਿਆਨ ਧਿਆਨਪੂਰਵਕ ਪ੍ਰਤੱਖ ਰੂਪ ਅਨੁਭਵ ਕਰਦੇ ਹੋਏ ਗਿਆਨ ਤੱਕ ਪਹੁੰਚਦੇ ਹਨ। ਨਿਰੀਖਣ ਵਿਧੀ ਅਖਵਾਉਂਦੀ ਹੈ ਕਿ ਬੱਚੇ ਛੋਟੀਆਂ ਚੀਜ਼ਾਂ ਤੋਂ ਕਿਸੇ ਦੇ ਸਿੱਟੇ 'ਤੇ ਪਹੁੰਚਦੇ ਨੇ, ਨਿਰੀਖਣ ਕਰਦੇ ਹੋਏ ਪਹੁੰਚਦੇ ਨੇ, ਤਾਂ ਉਹ ਨਿਰੀਖਣ ਵਿਧੀ ਅਖਵਾਉਂਦੀ ਹੈ। ਨਿਰੀਖਣ ਵਿਧੀ ਦੀਆਂ ਤਕਨੀਕਾਂ ਨੀਚੇ ਦਿੱਤੀਆਂ ਨੇ। ਨਿਰੀਖਣ ਦਾ ਪ੍ਰਬੰਧ ਕਿਵੇਂ ਕਰਨਾ ਹੈ? ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਿ ਸੈਰ ਤੋਂ ਬਾਅਦ ਦੇ ਕੰਮ ਕੀ ਨੇ? ਨਿਰੀਖਣ ਦੇ ਲਾਭ ਕੀ ਨੇ? ਹਾਨੀਆਂ ਕੀ ਨੇ? ਠੀਕ ਹੈ ਜੀ। ਉਸ ਤੋਂ ਬਾਅਦ ਹੈ ਕਿ ਮੁਲਾਂਕਣ ਤੋਂ ਤੁਸੀਂ ਕੀ ਸਮਝਦੇ ਹੋ? ਮੁਲਾਂਕਣ ਦੇ ਮੁੱਖ ਆਧਾਰ ਕਿਹੜੇ ਹੋਣੇ ਚਾਹੀਦੇ ਨੇ? ਸਾਧਨ ਇੱਕ ਪ੍ਰਕਿਰਿਆ ਹੈ ਜਿਸ ਨਾਲ ਵਿਸ਼ੇਸ਼ਤਾ ਗੁਣਾਂ ਨੂੰ ਪਰਿਣਾਮਾਂ ਵਿੱਚ ਬਦਲਿਆ ਜਾਂਦਾ ਹੈ। ਸਾਧਨ ਅਤੇ ਮੁਲਾਂਕਣ ਲਈ ਅਨੇਕ ਤਕਨੀਕਾਂ ਅਤੇ ਵਿਧੀਆਂ ਹਨ। ਮੁਲਾਂਕਣ ਦੇ ਆਧਾਰ: ਵਸਤੂਨਿਸ਼ਠਤਾ,
ਵਿਸ਼ਵਾਸਯੋਗਤਾ, ਵੈਧਤਾ, ਪਰੀਖਣ, ਨਿਰੀਖਣ, ਪੁੱਛ-ਗਿੱਛ, ਸਮਾਜ ਵਿਧੀ। ਪਰੀਖਣ ਦੇ ਕੀ ਪ੍ਰਕਾਰ ਨੇ? ਵਿਦਿਅਕ ਪਰੀਖਣ, ਵਸਤੂਨਿਸ਼ਠ, ਉਪਲਬਧੀ ਪਰੀਖਣ, ਲਿਖਤ ਪਰੀਖਣ, ਮੌਖਿਕ, ਪ੍ਰਯੋਗਾਤਮਕ, ਨਿਦਾਨਾਤਮਕ, ਮਨੋਵਿਗਿਆਨਿਕ। ਨੀਚੇ ਡਾਇਗਰਾਮ ਬਣੀ ਹੈ ਕਿ ਉਪਲਬਧੀ ਕਿੰਨੀ ਹੋਈ ਹੈ। ਇੱਕ ਗਲਾਸ ਹੈ, ਜਿੰਨੀ ਉਪਲਬਧੀ ਹੋਈ ਹੈ ਲੈਫਟ ਹੈਂਡ ਸਾਈਡ ਲਿਖੀ ਹੋਈ ਹੈ 60% ਭਰਿਆ ਹੈ, ਠੀਕ ਹੈ ਜੀ, 40% ਖਾਲੀ ਹੈ। ਅਤੇ ਜੋ 40% ਖਾਲੀ ਹੈ ਉਹਨੂੰ ਨਿਦਾਨ ਕਹਾਂਗੇ, ਅਤੇ ਜਿਹੜਾ 60% ਭਰਿਆ ਉਹਨੂੰ ਉਪਲਬਧੀ ਕਹਾਂਗੇ ਕਿ ਇਹਨੇ 60% ਪ੍ਰਾਪਤ ਕਰ ਲਿਆ, ਇੰਨੀ ਇਹ ਰੀਚਡ ਕਰ ਗਿਆ। ਤਾਂ ਜੋ 40% ਹੈ ਉਹਦਾ ਖਾਲੀ ਹੈ ਅਤੇ ਉਹ ਉਹਦਾ ਨਿਦਾਨ ਹੈ, ਠੀਕ ਹੈ ਜੀ। ਇਹ ਸੀ ਆਪਣੇ ਮੋਸਟ ਇੰਪੋਰਟੈਂਟ ਕੁਐਸਚਨ ਜੋ ਪਿਛਲੇ 3 ਇਅਰਸ 'ਚ ਆਏ ਨੇ। ਤਾਂ ਇਹਦੀ PDF ਤੁਹਾਨੂੰ WhatsApp ਐਂਡ ਟੈਲੀਗ੍ਰਾਮ ਗਰੁੱਪ ਦੇ ਵਿੱਚ ਮਿਲ ਜਾਏਗੀ। ਚੈਨਲ ਨੂੰ ਜ਼ਰੂਰ ਤੋਂ ਸਬਸਕ੍ਰਾਈਬ ਕਰੋ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਡਾਊਟ ਹੋਏ ਤਾਂ ਤੁਸੀਂ ਪੁੱਛ ਸਕਦੇ ਹੋ। ਤਾਂ ਥੈਂਕਸ ਫੋਰ ਵਾਚਿੰਗ, ਥੈਂਕਸ ਟੂ ਆਲ।